प्राइवेट स्कूलों के खिलाफ आज जलंधर पेरेंट्स एसोसिएशन द्वारा की गई प्रेस वार्ता, जिसमें निजी स्कूलों द्वारा ली जा रही मनमर्जी की फीस व अन्य शुल्क को लेकर बच्चों के माता पिता ने किया रोष जाहिर। लगा कि जो पेरेंट्स के रेस्टोरेंट खाना खाने जाता तो उन्हें भी पता कि ਜਿਹੜੇ ਆ ਇਹ पेरेंट्स वाले रेस्टोरेंट खाना खाने गया है। ਜੇ ਕੋਈ ਬਾਹਰ ਘੁੰਮਣ ਗਿਆ तो उन्हें भी पता कि कितने से खिला के आया। लेकिन ज्यादा लोगों को कितने हो रही है टिक्की कर रहे हैं। ਮੈਨੂੰ ਉਹਨਾਂ ਨੇ ਕਿਹਾ ਕਹਿੰਦੇ ਤੁਸੀਂ ਫੀਸ ਪੇ ਕਰ ਸਕਦੇ। ਮੈਂ ਕਿਹਾ ਜੀ ਨਹੀਂ ਸੌਰੀ ਮੇਰੇ ਕੋਲ ਇਸ ਵਾਰੀ ਨਹੀਂ ਹੋਣੀ ਫੀਸ ਪੇ, ਹਾਲੇ ਮੇਰੇ ਕੋਲ ਪੈਸੇ ਨਹੀਂ ਹੈਗੇ। ਉਹਨਾਂ ਨੇ ਮੈਨੂੰ ਇਹਦੇ ਐਪ ਦੇ ਵਿੱਚ ਕੀ ਕਿਹਾ ਕਿ ਆ ਤੁਹਾਡੇ ਵਾਲੀਆਂ ਪਾਈਆਂ ਹੋਈਆਂ, ਮੈਂ ਆ ਮੇਰੇ ਵਾਈਫ ਆ, ਇਹ ਬੜੇ ਅਪ ਟੂ ਡੇਟ ਆ, ਇਹ ਹੱਕ ਸਕੂਲ ਦੀ ਮੈਨੇਜਮੈਂਟ ਨੂੰ ਕਹਿੰਦੇ ਦਿੱਤਾ। ਜੇ ਤੁਸੀਂ ਸਾਰੇ ਜਿਹੜੇ ਕਹਿੰਦੇ ਆ ਆ ਲੋ ਜੀ ਮੈਂ ਵਾਲੀਆਂ ਲਾ ਕੇ ਤੁਹਾਨੂੰ ਦਿੰਨਾ ਆ ਤੇ ਤੁਸੀਂ ਉਹ ਸਕੂਲ ਪ੍ਰਸ਼ਾਸਨ ਨੂੰ ਦਿਓ। ਆ ਲੋ ਜੀ ਆ ਵਾਲੀ ਮੇਰੀ, ਆ ਲੋ ਜੀ ਵਾਲੀਆਂ, ਇਹ ਵਾਲੀਆਂ ਮੈਂ ਲਾ ਕੇ ਪਰਸਨਲ ਕਮੈਂਟ ਨਾ ਤਾਂ ਮੈਨੂੰ ਸਕੂਲ ਨੇ ਇਹ ਬਣਾ ਕੇ ਦਿੱਤੀਆਂ ਸੀ। ਜੇ ਇਸ ਵਾਲੀਆਂ ਦੇ ਨਾਲ ਸਕੂਲ ਦਾ ਪੈਸਾ ਪੂਰਾ ਹੁੰਦਾ ਆ ਤੇ मैं ये वालियां स्कूल को दे रहा हूं। कोई एक पर्टिकुलर स्कूल से यहाँ पे कोई पेरेंट नहीं है, सभी अलग अलग स्कूल से। जैसे तरह अभी आपने बोला कि एनसीईआरटी की बुक्स लगाने के लिए पंजाब गवर्नमेंट ने बोला, उसका इन्होंने रिप्लाई किया अखबारों में दिया इन्होंने कि पंजाब गवर्नमेंट ऐसा कोई रखती नहीं है अधिकार, उनका राइट ही नहीं है कि वो बताए कि एनसीईआरटी की बुक्स लगेंगी। पंजाब गवर्नमेंट इसकी कर ही नहीं सकती, हमारे ऊपर ये फैसले नहीं हो सकते। ये क्वेश्चन राउंड चेक करके बोला जा रहा है, पॉइंट आउट करके आप तो यहाँ पे घूमने गए थे, आप तो आउट ऑफ इंडिया घूमने गए थे, आउट ऑफ सिटी घूमने गए थे, वो पैसा आपके पास कहाँ से आया? तो हमने पूछा कि आपको कैसे पता, कहते हैं सोशल मीडिया से सब कुछ मैंने फेसबुक से आपका सब कुछ देखा है। दैट मींस कि पूरा चेक किया जा रहा है ना। यही चीज मैंने ये भी चीज बोली थी कि सोशल मीडिया चेक कर रहे हो। जब हम फीस पे कर रहे थे कोरोना से पहले, तब क्यों नहीं हमारी बालियां हमारा स्टेटस देखा गया? मैं ਵੱਲੋਂ ਆਰਗੇਨਾਈਜ਼ ਕੀਤੀ ਸੀਗੀ ਤੇ ਇਹ ਸਰ ਸਪੈਸੀਫਿਕਲੀ ਸਾਨੂੰ ਇਸ ਕਰਕੇ ਆਰਗੇਨਾਈਜ਼ ਕਰਨੀ ਚਾਹੀਦੀ ਜਿਹੜੇ ਅੱਜ ਦੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਹੈ ਧੱਕੇ ਦੇ ਨਾਲ ਜਿਹੜੀ ਮਾਨਯੋਗ ਸੁਪਰੀਮ ਕੋਰਟ ਦੀ ਜਜਮੈਂਟ ਆਈ ਹੈ, ਇੰਟਰਮ ਜਜਮੈਂਟ ਜਿਹੜੀ ਕਿ ਆਖਰੀ ਨਹੀਂ ਹੈ, ਉਹਨੂੰ ਤੋੜ ਮਰੋੜ ਕੇ ਆਪਣੇ ਹੱਕ 'ਚ ਕਰਕੇ ਤੇ ਧੱਕੇ ਨਾਲ ਮਤਲਬ ਡਰ ਦਾ ਮਾਹੌਲ ਬਣਾ ਕੇ ਨਾ ਪੇਰੈਂਟਸ ਦੇ ਕੋਲੋਂ ਵੱਧ ਤੋਂ ਵੱਧ ਫੀਸਾਂ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜੀ ਬਣਦੀ ਫੀਸ ਨੂੰ ਦੇਵਾਂਗੇ, ਲੇਕਿਨ ਧੱਕਾ ਨਾ ਕਰੋ। ਰਿਜ਼ਲਟ ਰੋਕ ਰਹੇ ਬੱਚਿਆਂ ਦੇ, ਉਹਨਾਂ ਨੂੰ ਪ੍ਰਮੋਟ ਕਰਨ ਤੋਂ ਰੋਕ ਰਹੇ ਨੇ, ਉਹ ਮਾਂ-ਬਾਪ ਰੋ ਰਹੇ ਨੇ। ਤੁਸੀਂ ਸਕੂਲਾਂ ਜਾ ਕੇ ਦੇਖੋ, ਅਸੀਂ ਉਹਦੇ ਅਗੇਂਸਟ ਇਹ ਪ੍ਰੈਸ ਕਾਨਫਰੰਸ ਬੁਲਾਈ ਕਿ ਸਾਡੀ ਆਵਾਜ਼ ਆਮ ਜਨਤਾ ਤੱਕ ਪਹੁੰਚੇ, ਸਰਕਾਰਾਂ ਤੱਕ ਪਹੁੰਚੇ, ਐਜੂਕੇਸ਼ਨ ਆਫਿਸਰ ਤੱਕ ਪਹੁੰਚੇ, ਕਿਉਂਕਿ ਜੇ ਉਹ ਸਾਡਾ ਸਾਥ ਨਹੀਂ ਦੇਣਗੇ ਤਾਂ ਸਾਨੂੰ ਸੜਕਾਂ ਤੇ ਫੇਰ ਉਤਰਨਾ ਪੈਣਾ ਹੈ। ਤੇ ਅਸੀਂ ਹੁਣ ਖੜ ਗਏ ਹਾਂ, ਹੱਕ ਲੈ ਕੇ ਹਟਾਂਗੇ ਤੇ ਛੱਡਾਂਗੇ ਨਹੀਂ ਅਸੀਂ। ਸਰ ਤੁਸੀਂ ਜਿਹੜਾ ਡੀਸੀ ਨੂੰ ਵੀ ਮਿਲ ਚੁੱਕਿਆ, ਭਾਈ ਸੁਣਵਾਈ ਨਹੀਂ ਹੋਈ, ਅਗਲਾ ਕਦਮ ਕੀ ਹੋਊਗਾ? ਸਰ ਡੀਸੀ ਸਾਹਿਬ ਨੂੰ ਮਿਲ ਚੁੱਕੇ ਸੀ, ਉਹਨਾਂ ਨੇ ਸੁਣਵਾਈ ਕੀਤੀ ਜੋ ਕਰ ਸਕਦੇ ਸੀ, ਹੋਰ ਵੀ ਬਹੁਤ ਕੁਝ ਕਰ ਸਕਦੇ। ਉਹਨਾਂ ਡੀਓ ਸਾਹਿਬ ਨੂੰ ਚਿੱਠੀ ਲਿਖੀ ਸੀ ਕਿ ਪੜਤਾਲ ਕੀਤੀ ਜਾਵੇ ਤੇ ਜੇ ਕੋਈ ਸਕੂਲ ਇਦਾਂ ਕਰ ਰਿਹਾ ਤਾਂ ਉਹਦੇ ਤੇ ਐਕਸ਼ਨ ਲਿੱਤਾ ਜਾਵੇ, ਜਿਹਦੇ ਤੇ ਡੀਓ ਸਾਹਿਬ ਨੇ ਕੋਈ ਐਕਸ਼ਨ ਲਿੱਤਾ। ਲੇਕਿਨ ਮੈਂ ਉਹਨਾਂ ਨੂੰ ਇੱਕ ਲੀਗਲ ਨੋਟਿਸ ਭੇਜ ਦਿੱਤਾ ਹੋਇਆ ਕਿ ਇਹਦੇ ਤੇ ਕੀ ਐਕਸ਼ਨ ਲਿੱਤਾ ਹੈ। ਅਗਰ ਨਹੀਂ ਉਹ ਕਰਨਗੇ ਅਸੀਂ ਉਹਨਾਂ ਨੂੰ ਸਸਪੈਂਡ ਤੱਕ ਕਰਾ ਦਿਆਂਗੇ। ਜੇ ਉਹਨਾਂ ਨੇ ਆਪਣੀ ਡਿਊਟੀ ਪੂਰੀ ਨਾ ਕੀਤੀ, ਇਹ ਤੋਂ ਬਾਅਦ ਅਸੀਂ ਸਿੱਖਿਆ ਮੰਤਰੀ ਨੂੰ ਮਿਲਾਂਗੇ, ਮੁੱਖ ਮੰਤਰੀ ਨੂੰ ਮਿਲਾਂਗੇ ਤੇ ਆਪਣੇ ਹੱਕ ਲੈ ਕੇ ਹਟਾਂਗੇ, ਕਿਉਂਕਿ ਉਹਨਾਂ ਕੋਲ ਹੈਗੇ ਰਾਈਟਸ, ਉਹ ਕਰ ਵੀ ਸਕਦੇ ਨੇ, ਉਹ ਕਾਨੂੰਨ ਬਣਾ ਸਕਦੇ। ਸਟੇਟ ਦਾ ਮੈਟਰ ਹੈ, ਉਹ ਇਹਦੇ ਚ ਕਾਨੂੰਨ ਬਣਾ ਕੇ ਇਹ ਸਾਰੇ ਸੀਬੀਐਸਈ ਪ੍ਰਾਈਵੇਟ ਸਕੂਲਾਂ ਨੂੰ ਖਿੱਚ ਸਕਦੇ ਨੇ, ਉਹ ਨਕੀਲ ਪਾ ਸਕਦੇ ਨੇ। ਉਹਨਾਂ ਨੇ ਵਾਅਦਾ ਵੀ ਕੀਤਾ। ਡੀਸੀ ਸਾਹਿਬ ਦੇ ਆਰਡਰ ਦੇ ਬਾਵਜੂਦ ਵੀ ਸਾਡਾ ਰਿਜ਼ਲਟ ਰੋਕਿਆ ਗਿਆ। ਮੇਰੇ ਬੱਚੇ ਐਮਜੀਐਸ ਛੱਡ ਕੇ ਹਲੇ ਤੱਕ ਉਹਨਾਂ ਦਾ ਰਿਜ਼ਲਟ ਨਹੀਂ ਦਿੱਤਾ ਗਿਆ। ਉਹ ਫੀਸ ਦੀ ਡਿਮਾਂਡ ਕਰ ਰਹੇ ਔਰ ਅਸੀਂ ਕਹਿ ਰਹੇ ਜੋ ਵੀ ਤੁਸੀਂ ਲੈਣਾ ਜਾਇਜ਼ ਲੋ, ਨਜਾਇਜ਼ ਨਾ ਕਰੋ ਇਸ ਟਾਈਮ ਤੇ। ਸਰ ਇੱਕ ਕੁਐਸਚਨ ਹੈ, ਤੁਸੀਂ ਹੁਣ ਕਹਿ ਰਹੇ ਸੀ 1000 ਕੇਸ ਸੀਗੇ 4 ਸਾਲ ਪਹਿਲੇ, ਜਿਹੜਾ ਇੱਕ ਮੂਵਮੈਂਟ ਚੱਲੀ ਸੀਗੀ ਪੇਰੈਂਟਸ ਐਸੋਸੀਏਸ਼ਨ ਦੀ, ਜਿਹਦੇ ਵਿੱਚ ਮੈਡਮ ਕਹਿੰਦਾ ਗੌਰੀ ਸੀਗੇ, ਕਹਿੰਦਾ ਕਮਲਜੀਤ ਸੀਗੇ ਤੇ ਉਸ ਸਮੇਂ ਇਹ ਵੀ ਸੀਗੇ, ਤੇ 4 ਸਾਲ ਪਹਿਲੇ ਕਹਿੰਦਾ ਤੁਹਾਡਾ ਬਜਟ ਬਹੁਤ ਵਧੀਆ ਸੀਗਾ। ਪਹਿਲਾਂ ਬਜਟ ਠੀਕ ਸੀਗਾ ਜੀ। ਕਰੋਨਾ ਕਾਲ ਦੇ ਬਾਅਦ, ਇੱਕ ਤਾਂ ਨੋਟਬੰਦੀ ਤੋਂ ਬਾਅਦ, ਇੱਕ ਕਰੋਨਾ ਕਾਲ ਤੋਂ ਬਾਅਦ, ਉਹਦੇ ਬਾਅਦ ਜਿਹੜਾ ਬਜਟ ਸਾਡਾ ਜਿਹੜਾ ਸਾਰਿਆਂ ਤੋਂ, ਸਾਡਾ ਨਹੀਂ ਸਾਰਿਆਂ ਦਾ ਹੀ ਹੋਇਆ, ਤੁਹਾਡਾ ਵੀ ਹੋਇਆ ਹੋਏਗਾ। ਕਿਉਂਕਿ ਇਸ ਵੇਲੇ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਾਰੋਬਾਰ ਜਿਹੜਾ ਟੋਟਲੀ ਬੰਦ ਹੋ ਗਿਆ। ਸਾਰੀ ਜਿਹੜੀ ਇੰਡਸਟਰੀ, ਚਾਹੇ ਕੋਈ ਜਿਹੜੀ, ਚਾਹੇ ਹੋਟਲ ਅਸੀਂ ਦੇਖ ਲਓ, ਤੁਸੀਂ ਮੈਰਿਜ ਪੈਲੇਸ ਜਿਹੜੇ ਆ ਉਹਨਾਂ ਦੀਆਂ ਕਿਸ਼ਤਾਂ ਦੇਣ ਵਾਲੀਆਂ ਹਾਲਤ ਸਾਰਿਆਂ ਦਾ ਬੁਰਾ ਆ ਇਸ ਵੇਲੇ। ਤੇ ਇਹ ਜਿਹੜੀ ਐਜੀਟੇਸ਼ਨ ਜਿਹੜੀ ਆ, ਕਿਉਂਕਿ ਮੇਰੀ ਹੁਣੇ ਗੱਲ ਹੋਈ ਸੀ, ਮੈਂ ਸਵੇਰੇ ਮੇਰੇ ਸੋਨੀਪੁਰ ਐਡਵੋਕੇਟ ਹੈਗੇ ਮਿਸਟਰ ਸਾਹਿਬ ਸਿੰਘ ਗੁਰਜਰ, ਉੱਥੇ ਵੀ ਮੂਵਮੈਂਟ ਚੱਲਦੀ ਪਈ ਹੈ। ਉੱਥੇ ਡੀਸੀ ਨੇ ਜਿਹੜੇ ਆਰਡਰ ਪਾਸ ਕਰ ਦਿੱਤੇ। ਈਵਨ ਜਿਹੜਾ ਅੰਬਾਲਾ ਵਿੱਚ ਵੀ ਜਿਹੜੀ ਐਜੀਟੇਸ਼ਨ ਚੱਲੀ ਹੈ, ਮੁਕਤਸਰ ਵੀ ਚੱਲ ਰਹੀ, ਪੰਜਾਬ ਵਿੱਚ ਵੀ ਚੱਲ ਰਹੀ ਹੈ, ਹਰਿਆਣੇ ਵਿੱਚ ਚੱਲ ਰਹੀ ਹੈ। ਇਹ ਜਿਹੜੇ ਅਸੀਂ ਜਿਹੜੀ ਕੋਸ਼ਿਸ਼ ਕਰਾਂਗੇ ਉੱਥੇ ਜਿਹੜੇ ਹਰਿਆਣੇ ਦੇ ਵੀ ਇਕੱਠੇ, ਅਸੀਂ ਇੱਕ ਜੁਆਇੰਟ ਜਿਹੜੀ ਕੋਈ ਰਿਟ ਪਟੀਸ਼ਨ ਜਿਹੜੀ ਹੈ ਵਿੱਚ ਉੱਥੇ ਹਰਿਆਣਾ ਤੇ ਪੰਜਾਬ ਸਾਰੇ ਇਕੱਠੇ ਹੋ ਕੇ ਜੋ ਵੀ ਹੈ ਅਸੀਂ ਜਿਹੜਾ ਆਨਰੇਬਲ ਜਿਹੜੇ ਹਾਈ ਕੋਰਟ ਵੀ ਜਾਵਾਂਗੇ, ਸੁਪਰੀਮ ਕੋਰਟ ਵੀ ਜਾਵਾਂਗੇ। ਸਰ 10 ਅਪ੍ਰੈਲ ਤੋਂ ਬਾਅਦ ਅਗਰ ਪ੍ਰਾਈਵੇਟ ਔਰ ਸਰਕਾਰੀ ਸਕੂਲ ਖੁੱਲ੍ਹਦੇ ਆ, ਤੁਸੀਂ ਆਪਣੇ ਬੱਚਿਆਂ ਨੂੰ ਭੇਜੋਗੇ? ਅਗਰ ਨਹੀਂ ਦੇਖੋ ਜੀ, ਜਦ ਤੱਕ ਤਾਂ ਕਰੋਨਾ ਹੈਗਾ ਜਿਹੜਾ, ਅਸੀਂ ਇਹ ਰਿਸਕ ਨਹੀਂ ਲਵਾਂਗੇ। ਕਿਉਂਕਿ ਜਿਹੜਾ ਹੁਣ ਦੇਖੋ ਕਰੋਨਾ ਜਿਹੜਾ ਬਾਰ-ਬਾਰ ਜਿਹੜਾ ਵੱਧ ਰਿਹਾ। ਈਵਨ ਜਿਹੜਾ ਧਨੌਜੀ ਦਾ ਵੀ ਅੱਜ ਖਬਰ ਸੁਣੀ ਸੀ, ਧਨੌਜੀ ਜਿਹੜਾ ਪਬਲਿਕ ਸਕੂਲ ਹੈ ਉਹਦੇ ਬੱਚੇ ਜਿਹੜੇ ਆ, ਮੇਰੇ ਖਿਆਲ 200-300 ਬੱਚੇ ਜਿਹੜਾ ਉੱਥੇ ਜਿਹੜਾ ਹੈ ਕਰੋਨਾ ਜਿਹੜਾ ਪੋਜ਼ਿਟਿਵ ਪਾਇਆ ਗਿਆ। ਸਰ ਜਿਹੜੇ ਉੱਥੇ ਟੀਚਰਸ ਨੂੰ ਭੇਜਿਆ ਜਾ ਰਿਹਾ ਕਿ ਟੀਚਰਸ ਨੂੰ ਉਹਨਾਂ ਨੇ ਕੰਪਲਸਰੀ ਕਰ ਦਿੱਤਾ ਕਿ ਸਵੇਰੇ 9:30 ਵਜੇ ਤੋਂ ਲੈ ਕੇ 2 ਵਜੇ ਤੱਕ ਉੱਥੇ ਬੈਠਣ, ਕਿ ਉਧਰ ਵੀ ਕਹਿੰਦੇ ਕਈ ਸਕੂਲ ਇੱਦਾਂ ਦੇ ਵੀ ਹੈਗੇ, ਸ਼ਿਵ ਜੋਤੀ ਸਕੂਲ ਦੇ ਵਿੱਚ 2, ਕਹਿੰਦਾ ਸੇਠ ਹੁਕਮਚੰਦ 'ਚ 4,
ਫਿਰ ਹੋਰ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਕਹਿੰਦੇ ਕਰੋਨਾ ਦੇ ਕਹਿੰਦੇ ਟੀਚਰਸ ਆ ਚੁੱਕੇ ਆ, ਹੁਣ ਉਸ ਤੋਂ ਬਾਅਦ ਤੁਹਾਡਾ ਕੀ ਐਕਸ਼ਨ ਹੈ ਕਿ ਉਹਨਾਂ ਵਾਸਤੇ ਵੀ ਕੁਝ ਕਰੋਗੇ ਕਿ ਨਹੀਂ ਕਰੋਗੇ? ਦੇਖੋ ਜੀ ਟੀਚਰ ਵੀ ਦੇਖੋ ਕਰੋਨਾ ਦੇ ਦੇਖੋ ਸਾਰਿਆਂ ਦੀ, ਅਸੀਂ ਤਾਂ ਸਾਰਿਆਂ ਦੀ ਕੋਸ਼ਿਸ਼ ਹੈ ਵੀ ਸਾਰੇ ਜਿੰਨੇ ਵੀ ਜਿਹੜੇ ਆ ਹਰ ਜਿਹੜਾ ਇਨਸਾਨ ਜਿਹੜਾ ਵੀ ਸਾਡਾ ਦੇਸ਼ ਦਾ ਨਾਗਰਿਕ ਹੈ, ਸਾਰਿਆਂ ਦੀ ਜਿਹੜੀ ਸੇਫਟੀ ਜਿਹੜੀ ਉਹ ਪਹਿਲਾਂ ਚਾਹੀਦੀ ਹੈ। ਇਸ ਕਰਕੇ ਜਿਹੜਾ ਉਹਨਾਂ ਦੀ ਵੀ ਜੇ ਲੋੜ ਪਏਗੀ, ਅਸੀਂ ਜਿੱਥੇ ਵੀ ਦੇਖੋ ਅਸੀਂ ਇੱਕ ਆਪਣੀ ਸੰਸਥਾ ਵੀ ਬਣਾਈ ਐਡਵੋਕੇਟ ਫਾਰ ਫਾਰਮਰ ਐਂਡ ਲੇਬਰਰਸ। ਇਹ ਅਸੀਂ ਜਿਹੜੀ ਹੈ ਕਿਉਂਕਿ ਕਿਸਾਨ ਅੰਦੋਲਨ ਕਰਕੇ ਅਸੀਂ ਬਣਾਈ ਸੀ, ਜਿਹੜਾ ਯਾਰ ਮਜ਼ਦੂਰਾਂ ਨੂੰ ਜਿਹੜਾ ਸ਼ੋਸ਼ਣ ਹੋ ਰਿਹਾ ਸੀਗਾ, ਅਸੀਂ ਜਿਹੜੀ ਉਹ ਸੰਸਥਾ ਵੱਲੋਂ ਜਿਹੜਾ ਇੱਥੇ ਜਿੱਥੇ ਵੀ ਲੋੜ ਪਏਗੀ ਅਸੀਂ ਜਿਹੜਾ ਫ੍ਰੀ ਆਫ ਕਾਸਟ ਜਿਹੜਾ ਆ ਇਹ ਜਿਹੜੀ ਆਪਣੀ ਲੀਗਲ ਜਿਹੜੀ ਹੈ ਸਰਵਿਸ ਪ੍ਰੋਵਾਈਡ ਕਰਾਂਗੇ। अगली क्वेश्चन ठीक है लोग हम फिर प्रेस कॉन्फ्रेंस ऐसे कर रहे हैं। सर प्रेस कॉन्फ्रेंस करने की हमें आज इसलिए जरूरत पड़ी है क्योंकि हमने कुछ दिन पहले एक रैली निकाली थी जलंधर में पेरेंट्स ने, और हम सारे इकट्ठे होकर डीसी सर के पास गए थे। जो सुप्रीम कोर्ट की अभी इंटरिम ऑर्डर आए हैं, हम चाहते थे कि उसको इम्प्लीमेंट किया जाए जलंधर में भी, हमारे डिस्ट्रिक्ट में कर दिया जाए। हमने वहाँ पे उनसे रिक्वेस्ट करी तो सर ने हमें एक लेटर इशू करके दे दिया और डीओ सर को भी दिया कि आप इसको इम्प्लीमेंट करवाइए। उस लेटर के बाद भी सर बहुत से ऐसे स्कूल हैं जो उसको मानने को तैयार नहीं है, बच्चों के रिजल्ट भी रोक रहे हैं, नेक्स्ट क्लास में प्रमोशन भी रोकी जा रही है, और उनको बार बार ये थ्रेट किया जा रहा है कि जब तक फीस नहीं आएगी हम आगे कुछ भी नहीं करेंगे। इवन सर लास्ट ईयर की फीस क्लियर नहीं है और अगले साल की फीस भी मांगी जा रही है। अगर मैम कोई स्कूल का अगर नहीं आपकी बात मानता तो अगला एक्शन आपका क्या है? सर यही है, फिर जो रैली होगी वो ज़्यादा होगी, हम आगे जाके, और अगर हम शिक्षा मंत्री से मिलेंगे, सेक्रेटरी एजुकेशन से मिलेंगे, उनसे बात करेंगे, कहीं ना कहीं तो सुनवाई होगी सर। अगर यहाँ भी नहीं हुई तो आगे होगी, हमें जाना ही पड़ेगा, लड़ना तो पड़ेगा ही सर। हम ये कहते हैं कि कोरोना काल हमारे लिए एक तरह से कह दीजिए कि पॉजिटिव ही लेके चले, तो हमें पता तो चला कि हमसे आज तक स्कूल ले क्या रहे थे, हम तो चुप करके दे ही जा रहे थे, एनुअल फंड भी दे रहे थे, बिल्डिंग फंड भी दे रहे थे, डेवलपमेंट फंड भी दे रहे थे। कम से कम सोचने में मजबूर तो हो गए ना पेरेंट्स कि हम दे क्या रहे हैं, कम से कम ये तो हमें आप दे दो, हमें बता तो दो कि हम किस चीज़ के लिए आपको पे कर रहे हैं। मेरे बच्चे पुलिस डी विच पढ़ रहे ठीक है की गल है मैम तो ये प्रेस कॉन्फ्रेंस चाहिए पर जी ਸਾਨੂੰ ਤਾਂ ਇਨਸਾਫ ਚਾਹੀਦਾ ਮਤਲਬ ਜਿੱਦਾਂ ਹੁਣ ਐਨੂਅਲ ਚਾਰजेस ਵਗੈਰਾ ਮੰਗੇ ਜਾ ਰਹੇ ਆ ਪਰ ਰਿਜ਼ਲਟ ਰੋਕੇ ਜਾ ਰਹੇ ਆ ਹੈ ਨਾ ਮਤਲਬ ਮੈਂ ਵੀ ਇਹੀ ਚਾਹੁੰਦੀ ਤੁਸੀਂ ਕਦੇ ਜਾ ਕੇ ਸਕੂਲਾਂ 'ਚ ਦੇਖਿਆ ਕਿ ਪੇਰੈਂਟਸ ਕਿੱਦਾਂ ਰੋ ਰਹੇ ਕਿੱਦਾਂ ਵਿਲਕ ਰਹੇ ਆਪਣੇ ਬੱਚਿਆਂ ਲਈ ਮਤਲਬ ਉੱਥੇ ਤਾਂ ਬਿਲਕੁਲ ਕੋਈ ਵੀ ਨਹੀਂ ਸੁਣਦਾ ਹੈਗਾ ਤੁਸੀਂ ਮਤਲਬ ਉੱਦਾਂ ਕਿਸੇ ਟਾਈਮ ਉੱਦਾਂ ਐਜ਼ ਏ ਪੇਰੈਂਟਸ ਜਾਂ ਐਜ਼ ਏ ਬ੍ਰਦਰ ਬਣ ਕੇ ਜਾਓ ਤੁਸੀਂ ਦੇਖੋ ਉੱਥੇ ਜਾ ਕੇ ਕੀ ਧੱਕੇਸ਼ਾਹੀ ਹੋ ਰਹੀ ਹੈ ਤੁਹਾਡੇ ਤੋਂ ਕੀ ਮੰਗਿਆ ਜਾ ਰਿਹਾ ਉੱਥੇ ਤੁਸੀਂ ਜਾ ਕੇ ਦੇਖੋ ਇੱਕ ਵਾਰੀ ਉੱਥੇ ਵੀ ਜਾ ਕੇ ਇਨਸਾਫ ਕਰੋ ਉੱਥੇ ਵੀ ਕੁਐਸਚਨ ਪੁੱਟ ਕਰੋ ਟੀਚਰਸ ਦੇ ਕੋਲੇ ਟੀਚਰਸ ਨੂੰ ਵੀ ਇਨਸਾਫ ਚਾਹੀਦਾ ਟੀਚਰਸ ਜੌਬ ਤੇ ਆਉਂਦੀਆਂ ਨੇ ਉਹਨਾਂ ਨੂੰ ਉਹ ਕੀਤਾ ਜਾਂਦਾ ਪ੍ਰੈਸ਼ਰਾਈਜ਼ ਕੀਤਾ ਜਾਂਦਾ ਤੁਹਾਨੂੰ ਜੌਬ ਤੋਂ ਨਿਕਾਲ ਦੇਵਾਂਗੇ ਤੁਹਾਨੂੰ ਇੱਦਾਂ ਕਰ ਦੇਵਾਂਗੇ ਉਹ ਵੀ ਤਾਂ ਪੇਰੈਂਟਸ ਨੇ ਉਹਨਾਂ ਲਈ ਵੀ ਕਰੋਨਾ ਹੈਗਾ ਕਿ ਨਹੀਂ ਹੈਗਾ ਹੁਣ ਸਕੂਲ ਖੁੱਲ੍ਹੇਗੇ ਹੁਣ ਸਕੂਲ ਖੁੱਲ੍ਹਣੇ ਆ ਉਹ ਸਕੂਲ ਖੁੱਲ੍ਹੂਗੇ ਤੇ ਉਹ 'ਚ ਅਸੀਂ ਬੱਚੇ ਭੇਜਾਂਗੇ ਕੱਲ੍ਹ ਦੀ ਨਿਊਜ਼ਪੇਪਰ ਦੇ ਵਿੱਚ ਹੀ ਐਡ ਹੈਗੀ ਹੈ ਕਿ ਮਤਲਬ ਇੰਨੇ ਪੇਸ਼ੈਂਟ ਅਸੀਂ ਆਪਣੇ ਬੱਚੇ ਭੇਜਣ ਦੇ ਹੱਕ 'ਚ ਨਹੀਂ ਅਗਰ ਜੇ ਤੁਹਾਡੀ ਮੰਗ ਨਹੀਂ ਮੰਨੀ ਜਾਂਦੀ ਤੁਸੀਂ ਆਪਣੇ ਬੱਚਿਆਂ ਨੂੰ ਸਕੂਲ ਪੜ੍ਹਾਉਣਾ ਚਾਹੋਗੇ ਸਰ ਪੜ੍ਹਾਉਣਾ ਤਾਂ ਹੈਗਾ ਐਜੂਕੇਸ਼ਨ ਤਾਂ ਬਹੁਤ ਜ਼ਰੂਰੀ ਹੈ ਪਰ ਪ੍ਰਾਈਵੇਟ ਅਸੀਂ ਗਵਰਨਮੈਂਟ ਸਕੂਲ ਪੜ੍ਹਾਉਣਾ ਸਕੂਲ ਪ੍ਰੈਫਰ ਕਰਾਂਗੇ ਬਿਲਕੁਲ ਬਿਲਕੁਲ ਗਵਰਨਮੈਂਟ ਸਕੂਲ ਸਾਡੀ ਮੰਗ ਸਰਕਾਰ ਨਾਲ ਇਹ ਹੈਗੀ ਹੈ ਕਿ ਪ੍ਰਾਈਵੇਟ ਸਕੂਲ ਜਿਹੜੇ ਇਦਾਂ ਧੱਕਾਸ਼ਾਹੀ ਕਰ ਰਹੇ ਉਹਨਾਂ ਦੀ ਮੈਨੇਜਮੈਂਟ ਨੂੰ ਗਵਰਨਮੈਂਟ ਆਪਣੇ ਟੇਕ ਓਵਰ ਕਰ ਲੇ ਔਰ ਉਹਨੂੰ ਗਵਰਨਮੈਂਟ ਸਕੂਲ ਡਿਕਲੇਅਰ ਕੀਤਾ ਜਾਵੇ ਅਸੀਂ ਜਿਹੜੇ ਬੱਚੇ ਪੜ੍ਹਾਉਂਦੇ ਉਹਨਾਂ ਨੂੰ ਟੇਕ ਓਵਰ ਕੀਤਾ ਜਿਹੜੇ ਸਕੂਲ ਗਵਰਨਮੈਂਟ ਦਾ ਆਰਡਰ ਸੁਪਰੀਮ ਕੋਰਟ ਦਾ ਆਰਡਰ ਕਿਸੇ ਦੇ ਮੰਨਣ ਨੂੰ ਤਿਆਰ ਨਹੀਂ ਹੈ ਉਹਨਾਂ ਨੂੰ ਟੇਕ ਓਵਰ ਕਰਕੇ ਗਵਰਨਮੈਂਟ ਸਕੂਲ ਡਿਕਲੇਅਰ ਕਰ ਦਿੱਤਾ ਜਾਵੇ।